ਸਤਿ ਸ਼੍ਰੀ ਅਕਾਲ। ਲੋਕ ਰਣ ਚੈਨਲ ਪੰਜਾਬੀ ਦੇ ਪ੍ਰੋਗਰਾਮ ਸਿੱਧੇ ਸਵਾਲ ਦੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਉੱਘੇ ਵਿਦਵਾਨ ਡਾਕਟਰ ਪਿਆਰੇ ਲਾਲ ਗਰਗ ਸਾਹਿਬ, ਵੈਲਕਮ। ਸ਼ੁਕਰੀਆ ਜੀ, ਬਹੁਤ ਬਹੁਤ ਪੰਗੂ ਸਾਹਿਬ ਜੀ ਦੋਸਤੋ, ਡਾਕਟਰ ਸਾਹਿਬ ਨਾਲ ਸਾਡਾ ਵਿਸ਼ਾ ਹੋਊਗਾ ਕਿਸਾਨੀ ਤੇ ਕਿਸਾਨ ਆਗੂਆਂ ਦੇ ਨਾਲ ਸੰਬੰਧਿਤ। ਦੇਖੋ, ਲੰਮਾ ਸੰਘਰਸ਼ ਲੜਿਆ ਗਿਆ, 3 ਖੇਤੀ ਕਾਨੂੰਨ ਕੇਂਦਰ ਸਰਕਾਰ ਤੋਂ ਵਾਪਸ ਕਰਵਾਏ। ਜਦੋਂ 3 ਖੇਤੀ ਕਾਨੂੰਨਾਂ ਦੀ ਲੜਾਈ ਲੜੀ ਜਾ ਰਹੀ ਸੀ, ਜੋ ਕਿਸਾਨੀ ਹੈ, ਖਾਸ ਕਰਕੇ ਜੋ ਪੰਜਾਬ ਦੀ ਕਿਸਾਨੀ ਹੈ, ਛੋਟੇ ਪੱਧਰ ਦੀ ਕਿਸਾਨੀ ਹੈ, 5 ਏਕੜ ਤੋਂ ਘੱਟ ਦੀ ਕਿਸਾਨੀ ਹੈ, ਉਹਨਾਂ ਨੂੰ ਇੱਕ ਆਸ ਵੱਜ ਗਈ ਸੀ ਕਿ 3 ਖੇਤੀ ਕਾਨੂੰਨਾਂ ਦੀ ਲੜਾਈ ਦੇਖ ਕੇ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਲਈ ਕਿਸਾਨ ਅੰਦੋਲਨ, ਕਿਸਾਨ ਆਗੂ ਹੁਣ ਨਵੇਂ ਰਾਹ ਖੋਲ੍ਹਣਗੇ। 3 ਖੇਤੀ ਕਾਨੂੰਨ ਵਾਪਸ ਹੋਏ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਚੋਣਾਂ ਆ ਗਈਆਂ। ਕਈ ਕਿਸਾਨ ਆਗੂਆਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅਸੀਂ ਰਾਜਨੀਤੀ ਦੇ ਵਿੱਚ ਉਤਰ ਕੇ ਇਸ ਸਿਸਟਮ ਨੂੰ ਚੇਂਜ ਕਰਾਂਗੇ। ਕਈ ਕਿਸਾਨ ਆਗੂ, ਵੱਡੀ ਕਿਸਾਨ ਜਥੇਬੰਦੀਆਂ ਜਿਵੇਂ ਜੋਗਿੰਦਰ ਸਿੰਘ ਉਗਰਾਹਾਂ, ਜਗਜੀਤ ਸਿੰਘ ਡੱਲੇਵਾਲ ਪ੍ਰਧਾਨ ਕਿਸਾਨ ਯੂਨੀਅਨ ਸਿੱਧੂਪੁਰ, ਹੋਰ ਤਮਾਮ ਵੱਡੇ ਕਿਸਾਨ ਆਗੂਆਂ ਨੇ ਕਿਨਾਰਾ ਕਰ ਲਿਆ ਕਿ ਅਸੀਂ ਰਾਜਨੀਤਿਕ ਸਿਸਟਮ ਦਾ ਹਿੱਸਾ ਨਹੀਂ ਬਣਨਾ, ਅਸੀਂ ਇਸ ਚੋਣ ਪਿੜ ਦੇ ਵਿੱਚ ਨਹੀਂ ਕੁੱਦਣਾ। ਬਲਵੀਰ ਸਿੰਘ ਰਾਜੇਵਾਲ ਤੇ ਹੋਰ ਕਈ ਵੱਡੇ ਕਿਸਾਨ ਆਗੂਆਂ ਨੇ ਫੈਸਲਾ ਲਿਆ। ਭਾਵੇਂ ਕਈ ਜਥੇਬੰਦੀਆਂ ਨੇ ਫਿਰ ਆਹ ਵੀ ਫੈਸਲਾ ਲੈ ਲਿਆ ਕਿ ਅਸੀਂ SSM ਦਾ ਹਿੱਸਾ ਤਾਂ ਬਣ ਗਏ, ਪਰ ਅਸੀਂ ਚੋਣਾਂ ਨਹੀਂ ਲੜਾਂਗੇ। ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਚੋਣਾਂ ਦਾ ਕੰਮ ਸਮਾਪਤ ਹੋ ਚੁੱਕਿਆ। ਜਿਵੇਂ ਜਦੋਂ ਮੀਟਿੰਗ ਹੋਈ ਸੀ, ਦਿੱਲੀ ਮੀਟਿੰਗ ਰੱਖੀ ਗਈ ਸੀ, ਉਹਦੇ 'ਚ ਰਕੇਸ਼ ਟਿਕੈਤ ਤੇ ਗੁਰਹਾਨ ਸਾਹਿਬ ਇਹ ਗੱਲ ਕਹਿੰਦੇ ਸੀ ਕਿ ਸਾਡੇ ਹੀ ਬੰਦੇ ਨੇ, ਚੋਣਾਂ ਦੇ ਵਿੱਚ ਗਏ ਨੇ, ਇੱਕ ਵਾਰ ਉੱਥੇ ਜਾ ਕੇ ਦੇਖ ਲੈਣ ਦਿਓ, ਸਾਡੇ ਨਾਲ ਹੀ ਆਉਣਗੇ। ਉਸ ਤੋਂ ਬਾਅਦ ਅਸੀਂ ਫਿਰ ਰੂਪ ਰੇਖਾ ਤਿਆਰ ਕਰਕੇ, ਰੂਪ ਰੇਖਾ ਲੈ ਕੇ ਕਿਸਾਨੀ ਮਸਲੇ ਅਸੀਂ ਫਿਰ ਖੜੇ ਕਰਾਂਗੇ। ਸਰਕਾਰ ਦੇ ਖਿਲਾਫ ਸਾਡੀ ਲੜਾਈ ਅਜੇ ਮੁੱਕੀ ਨਹੀਂ, ਸਾਡਾ ਅੰਦੋਲਨ ਅਜੇ ਖਤਮ ਨਹੀਂ ਹੋਇਆ। ਸਾਡੀਆਂ ਤਮਾਮ ਮੰਗਾਂ, ਭਾਵੇਂ MSP ਦਾ ਮਸਲਾ ਹੋ ਗਿਆ, ਲਖੀਮਪੁਰ ਘਟਨਾ ਹੋ ਗਈ, ਖੇਤੀ ਕਰਜ਼ੇ ਹੋ ਗਏ, ਹੋਰ ਖੇਤੀ ਨਾਲ ਸੰਬੰਧਿਤ ਤਮਾਮ ਸਾਰੇ ਮਸਲਿਆਂ 'ਤੇ ਸਾਡਾ ਸੰਘਰਸ਼ ਮੁਲਤਵੀ ਹੋਇਆ। ਕਿਸਾਨ ਅੰਦੋਲਨ ਅਜੇ ਖਤਮ ਨਹੀਂ ਹੋਇਆ। ਡਾਕਟਰ ਸਾਹਿਬ ਤੋਂ ਅਸੀਂ ਸਮਝਾਂਗੇ ਕਿ ਹੁਣ ਕਿਸਾਨ ਆਗੂਆਂ ਦੇ ਅਗਲੇ ਪ੍ਰੋਗਰਾਮ ਕੀ ਹੋ ਸਕਦੇ ਨੇ, ਕਿਸਾਨ ਆਗੂ ਹੁਣ ਅੱਗੇ ਕੀ ਕਰਨਗੇ, ਕਿਉਂਕਿ ਚੋਣਾਂ ਤਾਂ ਹੁਣ ਸਮਾਪਤ ਹੋ ਚੁੱਕੀਆਂ ਨੇ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਕਿਸਾਨਾਂ ਦੇ ਅਗਲੇ ਪ੍ਰੋਗਰਾਮਾਂ ਨੂੰ ਜੀ? ਦੇਖੋ ਪੰਗੂ ਜੀ, ਤੁਸੀਂ ਬਿਲਕੁਲ ਇੱਕ ਮੈਂ ਕਹਾਂਗਾ ਸੰਤੁਲਿਤ ਸੂਚਨਾ ਦਿੱਤੀ ਹੈ ਜੋ ਪਹਿਲੇ ਪਾਠ 'ਚ ਕਹੀ ਹੈ ਕਿ ਕਿਸਾਨ ਅੰਦੋਲਨ ਇਹ ਕਹਿੰਦੇ ਸੀ ਤੇ ਇਹ ਉਹ ਸਮਝਦੇ ਸੀ, ਉਹੀ ਸਮਝਦੇ ਸੀ ਉਹ ਕਿ ਜੇ ਅਸੀਂ ਉਹ ਗਏ ਨੇ ਥੋੜ੍ਹੀ ਦੇਰ, ਕੋਈ ਗੱਲ ਨਹੀਂ ਹੈ, ਸਾਡੇ ਬੰਦੇ ਨੇ, ਵਾਪਸ ਵੀ ਆ ਜਾਂਦੇ। ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਇਹ ਹੋ ਗਿਆ, ਉਹ ਹੋ ਗਿਆ, ਪਰ ਤੇ ਕਈਆਂ ਨੇ ਲਾਂਛਨ ਵੀ ਲਾਉਣ ਦੀ ਕੋਸ਼ਿਸ਼ ਕਰੀ, ਕਿਉਂਕਿ ਜਿਨ੍ਹਾਂ ਦਾ ਕੰਮ ਲਾਂਛਨ ਲਾਉਣਾ ਹੁੰਦਾ ਤਾਂ ਲਾਂਛਨ ਹੀ ਲਾਉਂਦੇ ਨੇ। ਕਈ ਉਹਨਾਂ ਨਾਲ ਪਹਿਲਾਂ ਰਲੇ, ਪਿੱਛੋਂ ਬਹੁਤ ਕੁਝ ਬੋਲਿਆ ਵੀ ਸੰਯੁਕਤ ਸਮਾਜ ਮੋਰਚੇ ਬਾਰੇ। ਪਰ ਮੈਨੂੰ ਐਂ ਲੱਗਦਾ ਹੈ ਵੀ ਸੰਯੁਕਤ ਸਮਾਜ ਮੋਰਚੇ ਨੇ ਜੋ ਇਹਨਾਂ ਨੇ ਕਿਹਾ ਸੀ ਦਿੱਲੀ ਮੀਟਿੰਗ 'ਚ ਵੀ ਕੋਈ ਨਹੀਂ, ਉਹ ਥੋੜ੍ਹਾ ਜਿਹਾ ਇੱਕ ਵਾਰੀ ਦੇਖਿਆ ਉਹਨਾਂ ਨੇ ਦੇਖ ਲਿਆ। ਹੁਣ ਕੁੰਭ ਦਾ ਮੇਲਾ ਜਿਹਾ ਜਿਹਾ ਦੇਖਣਾ ਸੀ। ਕੁੰਭ ਦਾ ਤਾਂ ਨਹੀਂ ਮੈਂ ਕਹਾਂਗਾ, ਅਰਧ ਕੁੰਭੀ ਕਹਿ ਸਕਦੇ ਹਾਂ, ਕਿਉਂਕਿ 6 ਸਾਲਾਂ ਬਾਅਦ ਆਉਂਦੀ ਹੈ, ਇਹ 5 ਸਾਲਾਂ ਬਾਅਦ ਹੀ ਆ ਜਾਂਦੀ ਹੈ। ਸੋ ਉਹ ਇਹਨਾਂ ਨੇ ਦੇਖ ਲਈ ਤੇ ਉਹਦੇ 'ਚ ਕਿੱਡੀ ਕੁ ਚੁੱਭੀ ਮਾਰ ਕੇ ਕੀ ਮਿਲਦਾ। ਤੇ ਹੁਣ ਜਿਹੜਾ ਕਿਸਾਨੀ ਦੇ ਸਾਹਮਣੇ ਮਸਲਾ ਹੈ, ਉਹ ਆਪਾਂ ਦੇਖ ਹੀ ਲਿਆ। MSP 'ਚ ਅਜੇ ਤੱਕ ਕਮੇਟੀ ਵੀ ਨਹੀਂ ਬਣਾਈ। ਲਖੀਮਪੁਰ ਖੀਰੀ ਦੇ ਵਿੱਚ ਉਹਨੂੰ ਜਵਾਨਤ ਵੀ ਦੇ ਦਿੱਤੀ ਉਹਦੇ ਮੁੰਡੇ ਨੂੰ, ਫਿਰ ਉਹਨੂੰ ਇੱਕ ਕਿਸਮ ਦਾ ਬੇਗੁਨਾਹ ਜਿਹਾ ਹੀ ਕਹਿਤਾ ਪੁਲਿਸ ਨੇ। ਤਾਂ ਇਸੇ ਤਰ੍ਹਾਂ ਹੀ ਜੇ ਅਸੀਂ ਦੇਖੀਏ, ਕੇਸ ਵੀ ਅਜੇ ਪੂਰੇ ਵਾਪਸ ਨਹੀਂ ਹੋਏ। ਜਿਹੜੇ ਕਿਸਾਨਾਂ ਦੇ ਸ਼ਹੀਦ ਹੋ ਗਏ ਤੇ ਜਿਹੜੇ ਹੋਰ ਮਸਲੇ ਸੀ, ਉਹਨਾਂ ਦਾ ਜਿਹੜਾ ਮੁੜ ਵਸੇਬਾ ਸੀ, ਰੀਹੈਬਿਲਿਟੇਸ਼ਨ ਜਿਹਨੂੰ ਕਹਿੰਦੇ ਨੇ, ਉਹ ਵੀ ਨਹੀਂ ਹੋਇਆ। ਸੋ ਉਹਦੇ ਵਿੱਚ ਜਿਹੜਾ ਅਸਲੀ ਉਹ ਅੰਦੋਲਨ ਦਾ ਜਿਹੜਾ ਵੱਡਾ ਹਿੱਸਾ ਸੀ, ਬਿਜਲੀ ਬਿੱਲ ਦੇ ਉੱਤੇ ਵੀ ਕੁਛ ਨਹੀਂ ਹੋਇਆ, ਪਰਾਲੀ ਦੇ ਉੱਤੇ ਵੀ ਅਜੇ ਨਹੀਂ ਹੋਇਆ। ਸੋ ਅਜੇ ਕਾਫੀ ਕੁਛ ਕਰਨ ਵਾਲਾ ਰਹਿ ਗਿਆ ਸੀ। 3 ਬਿੱਲ ਵਾਪਸ ਕਰਾਉਣਾ ਬਹੁਤ ਵੱਡੀ ਗੱਲ ਸੀ, ਬਹੁਤ ਵੱਡੀ ਪ੍ਰਾਪਤੀ ਸੀ, ਪਰ ਉਹ ਇੱਕ ਪੜਾਅ ਸੀ ਉਸ ਅੰਦੋਲਨ ਦਾ। ਅਗਲਾ ਪੜਾਅ ਹੁਣ ਸ਼ੁਰੂ ਹੋਏਗਾ ਮੇਰੇ ਖਿਆਲ ਨਾਲ, ਕਿਉਂਕਿ ਇੱਕ ਤਾਂ ਉਹ ਪੜਾਅ ਨੂੰ ਲਗਾਤਾਰ ਚਲਾਇਆ ਹੀ ਨਹੀਂ ਜਾ ਸਕਦਾ ਸੀ, ਚਾਹੇ ਵਿੱਚ ਇਹਨਾਂ ਦੀਆਂ ਮੰਗਾਂ ਹੈਗੀਆਂ ਸੀ। ਮੈਂ ਵੀ ਉਸ ਗੱਲ ਦਾ ਉਦੋਂ ਹਾਮੀ ਸੀ ਵੀ ਇਹ ਹੁਣ ਅੱਗਾ ਲੰਬਾ ਨਹੀਂ ਕਰਿਆ ਜਾ ਸਕਦਾ, ਕਿਉਂਕਿ 3 ਬਿੱਲ ਵਾਪਸ ਹੋਣ ਨਾਲ ਇੱਕ ਸੈਂਟੀਮੈਂਟ ਬਣਿਆ। ਉਹ ਜਿੱਤ ਪ੍ਰਾਪਤ ਕਰਦੀ ਸੀ, ਉਹ ਜਿੱਤ ਦਾ ਲੋਕਾਂ ਨੂੰ ਜੋਸ਼ ਵੀ ਸੀ, ਤੇ ਬਹੁਤ ਸਾਰੀਆਂ ਜਥੇਬੰਦੀਆਂ ਸਿਆਣਪ ਵੀ ਕਰੀ। UP ਵਾਲਿਆਂ ਨੇ ਚੋਣ 'ਚ ਨਹੀਂ ਹਿੱਸਾ ਲਿਆ ਬਿਲਕੁਲ, ਤੇ ਟਕੈਤ ਸਾਹਿਬ ਕਹਿੰਦੇ ਕੋਈ ਨਹੀਂ, ਛੁੱਟੀ 'ਤੇ ਗਏ हैं, ਆ ਜਾएंगे, ਉਹੀ ਉੱਥੇ ਉਹਨਾਂ ਨੇ ਕਿਹਾ। ਸੋ ਮੈਨੂੰ ਐਂ ਲੱਗਦਾ ਹੈ, ਔਰ ਬਹੁਤੀਆਂ ਜਥੇਬੰਦੀਆਂ ਪੰਜਾਬ ਦੀਆਂ ਵੀ ਕਿਸਮ ਦੀਆਂ, ਜੇ ਉਹਨਾਂ ਨੇ ਸਮਰਥਨ ਵੀ ਕਰਿਆ, ਜਿਵੇਂ ਹੁਣ ਜਦ ਕਿਸਾਨੀ ਅੰਦੋਲਨ ਚਲਾਉਣਗੇ ਤਾਂ ਉਹਦੇ ਜਿਨ੍ਹਾਂ ਨੇ ਚੋਣਾਂ 'ਚ ਪਾਰਟੀਸਪੇਟ ਕਰਿਆ ਹਿੱਸਾ ਉਹ ਵੀ ਲੈਣਗੇ। ਇਸੇ ਤਰ੍ਹਾਂ ਜਿਨ੍ਹਾਂ ਨੇ ਚੋਣਾਂ 'ਚ ਖੜੇ ਹੋਏ ਸੀ, ਦੂਜੇ ਚਾਹੇ ਚੋਣਾਂ 'ਚ ਨਹੀਂ ਵੀ ਖੜੇ ਹੋਏ, ਕਿਸਾਨ ਨੇ ਜੇ ਇਹ ਠੀਕ ਔਰਗੇਨਾਈਜ਼ ਹੋ ਜਾਂਦਾ ਤਾਂ ਵੋਟ ਤਾਂ ਸੰਯੁਕਤ ਸਮਾਜ ਮੋਰਚੇ ਨੂੰ ਹੀ ਪਾਉਣੀ ਸੀ, ਪਰ ਉਹ ਔਰਗੇਨਾਈਜ਼ ਨਹੀਂ ਹੋ ਪਾਇਆ ਉਸ ਤਰੀਕੇ ਨਾਲ ਜਿਹੜੀ ਉਨੀ ਵੋਟ ਤੇਜ਼ੀ ਨਾਲ ਭੁਗਤਦੀ, ਕਿਉਂਕਿ ਵੋਟ ਭੁਗਤਾਉਣਾ ਮੌਕੇ 'ਤੇ ਜ਼ਿਆਦਾ ਜ਼ਰੂਰੀ ਹੁੰਦਾ। ਹੁਣ ਜਿਹੜਾ ਅਗਲਾ ਸਟੈਪ ਹੈ ਇਹਨਾਂ ਦਾ, ਉਹ ਇਹ ਹੈ ਕਿ ਇਹ
ਮੁੜ ਕੇ ਇਕੱਠੇ ਹੋ ਕੇ ਕੋਈ ਮੀਟਿੰਗ ਕਰਕੇ 2 ਕੰਮ ਨੇ ਇਹਨਾਂ ਦੇ। ਜਿਹੜਾ ਤੁਰੰਤ ਵਾਲਾ ਕੰਮ ਹੈ ਉਹ ਇਹ ਹੈ ਕਿ ਜਿਹੜੇ ਗੇੜ ਯੂਪੀ ਦੇ ਰਹਿ ਗਏ ਉਹਨਾਂ ਗੇੜਾਂ ਦੇ ਵਿੱਚ ਉਹ ਆਪਦਾ ਜ਼ੋਰ ਲਾ ਕੇ ਰੱਖਣ ਵੋਟ ਦੀ ਚੋਟ ਦਾ। ਤੇ ਉਹ ਜਦ ਗੇੜ ਖਤਮ ਹੋ ਜਾਂਦੇ ਨੇ 10 ਮਾਰਚ ਤੋਂ ਬਾਅਦ ਇਹਦੇ ਵਿੱਚ ਵਿਚਾਲੇ ਆਪਦੀ ਮੀਟਿੰਗ ਕਰ ਲੈਣ, 20 ਦਿਨ ਇਹਨਾਂ ਕੋਲ ਹੈਗੇ ਨੇ, 15 ਦਿਨ, ਤੇ ਉਧਰ ਵੀ ਜਾਇਆ ਹੁਣ ਯੂਪੀ 'ਚ ਵੀ ਥੋੜ੍ਹਾ ਜਿਹਾ ਹੋਰ ਜ਼ੋਰ ਲਾਉਣ। ਮੇਰਾ ਮਤਲਬ ਇਹ ਹੈ ਕਿ ਜੇ ਯੂਪੀ 'ਚ ਹੋਰ ਜ਼ੋਰ ਲਾ ਲੈਂਦੇ ਨੇ ਤਾਂ ਜਿਹੜਾ ਬਾਕੀ ਗੱਲਾਂ ਨੇ ਇਹਨਾਂ ਦੇ ਮੋਰਚੇ 'ਚ ਜਾਂ ਅਗਲਾ ਇਹਨਾਂ ਨੇ ਚਲਾਉਣਾ ਹੈ ਉਹਨੂੰ ਜਿੱਤ ਵੱਲ ਵਧਾਉਣ ਦਾ ਇੱਕ ਤਰੀਕਾ ਹੋਏਗਾ ਜੇ ਯੂਪੀ ਦੇ ਵਿੱਚ ਇਹਨਾਂ ਦਾ ਜ਼ੋਰ ਕੰਮ ਆ ਜਾਂਦਾ ਹੈ, ਜਿਵੇਂ ਬੰਗਾਲ 'ਚ ਆਇਆ ਸੀ। ਇੱਕ ਦੂਜੀ ਉਹਦੇ ਵਾਸਤੇ ਲਾਉਣਗੇ, ਮੈਨੂੰ ਲੱਗਦਾ ਜ਼ੋਰ ਲਾਉਣਗੇ, ਕਿਉਂਕਿ ਇਹਨਾਂ ਦੇ ਬਹੁਤੇ ਫੈਸਲੇ ਹੋ ਰਹੇ ਨੇ ਇਸ ਤਰ੍ਹਾਂ ਦੇ। ਤੇ ਦੂਜਾ ਕੰਮ ਇਹ ਕਰਨਗੇ ਕਿ ਇਸੇ ਸਮੇਂ ਦੇ ਵਿੱਚ 15-20 ਦਿਨਾਂ ਦੇ ਵਿੱਚ ਇਹ ਇੱਕ ਦੂਜੇ ਨਾਲ ਮੀਟਿੰਗਾਂ ਕਰਕੇ, ਚਾਹੇ ਉਹ ਫੋਨ ਤੇ ਗੱਲ ਕਰਨ, ਚਾਹੇ ਮੀਟਿੰਗਾਂ ਕਰਨ, ਚਾਹੇ ਛੋਟੀਆਂ ਮੀਟਿੰਗਾਂ ਕਰਨ, ਜਥੇਬੰਦੀਆਂ ਆਪਣੀਆਂ ਆਪਣੀਆਂ, ਉਹਨਾਂ ਦੇ ਰਾਹੀਂ ਕੋਈ ਨਾ ਕੋਈ ਇਹ ਆਪਣਾ ਤਾਣਾ ਬਾਣਾ ਬੁਣਨਗੇ, ਜਿਹੜਾ ਸ਼ੁਰੂ ਵੀ ਹੋਇਆ ਹੋਇਆ ਹੈ ਉਹਦੇ ਵਿੱਚ। ਕਿਉਂਕਿ MSP ਦੀ ਜਿਹੜੀ ਲੜਾਈ ਹੈ ਉਹਦੇ ਤੇ ਕਮੇਟੀ ਵੀ ਨਹੀਂ ਬਣਾਈ, ਭਾਵੇਂ ਕਿ ਕਹਿ ਦਿੱਤਾ ਰਾਜਨਾਥ ਜੀ ਨੇ ਵੀ ਨਹੀਂ ਚੋਣਾਂ ਤੋਂ ਬਾਅਦ ਬਣਾ ਦਾਂਗੇ। ਇਹ ਐਵੇਂ ਕਹੇ ਚੁੱਕੀ ਮਿੰਟ ਪਕਾਉਣ ਦੀ ਗੱਲ ਆ, ਕਿਸੇ ਨੇ ਨਹੀਂ ਬਣਾਉਣੀ। ਹੱਥਾਂ ਬਾਝ ਕਰਾ ਰਹੇ ਆ, ਵੈਰੀ ਮਿੱਤ ਨਾ ਹੋ। ਇਹ ਆਪਣੇ ਤਾਕਤ ਤੋਂ ਬਿਨਾਂ, ਤਾਕਤ ਦਿਖਾਏ ਤੋਂ ਬਿਨਾਂ ਮੈਨੂੰ ਲੱਗਦਾ ਨਹੀਂ ਵੀ ਉਹ ਬਣਾਉਣਗੇ। ਸੋ ਇਸ ਕਰਕੇ ਹੁਣ ਹਰਿਆਣਾ ਸਰਕਾਰ ਵੀ ਗਿਣੀ ਜਾਂਦੇ ਵੀ ਇੰਨੇ ਕੇਸ ਅਸੀਂ ਵਾਪਸ ਲੈ ਲਏ ਜੀ, ਇੰਨੇ ਵਾਪਸੀ ਦੇ ਪ੍ਰੋਸੈਸ 'ਚ ਨੇ ਜੀ। ਉਹ ਕੇਸ ਤਾਂ 45,000 ਹੈ, ਉਹ ਵਾਪਸ ਲੈਣ ਵਾਸਤੇ ਕਾਫੀ ਟਾਈਮ ਲੱਗਣਾ ਹੈ, ਦਿੱਲੀ 'ਚ ਵੀ ਨੇ। ਸੋ ਇਹ ਮੈਨੂੰ ਐਂ ਲੱਗਦਾ ਹੈ ਕਿ ਕਿਸਾਨ ਹੁਣ ਪਹਿਲਾਂ ਆਪਦੇ ਆਪ ਨੂੰ ਰੀਆਰਗੇਨਾਈਜ਼ ਕਰਨਗੇ। ਇਹ ਨਹੀਂ ਹੈ ਵੀ ਇਮੀਡੀਏਟਲੀ ਕੋਈ ਐਜੀਟੇਸ਼ਨ ਸ਼ੁਰੂ ਕਰ ਦੇਣਗੇ। ਜੇ ਇਮੀਡੀਏਟਲੀ ਐਜੀਟੇਸ਼ਨ ਸ਼ੁਰੂ ਕਰਨਗੇ ਤਾਂ ਉਹ ਜਿਹੇ ਹੋ ਜਿਹਾ ਚੋਣਾਂ ਲੜਨ ਵਾਲਾ ਫੈਸਲਾ ਸੀ, ਪਰ ਇਹ ਨਹੀਂ ਕਰਨਗੇ ਇਮੀਡੀਏਟ ਐਜੀਟੇਸ਼ਨ। ਅੱਜ ਇਹ ਆਰਗੇਨਾਈਜ਼ ਕਰਨਗੇ, ਆਰਗੇਨਾਈਜ਼ ਕਰਕੇ ਆਪਦਾ ਦਬਾਅ ਬਣਾਉਣਗੇ। ਕੋਈ ਜਥੇਬੰਦੀਆਂ ਤਾਂ ਪਹਿਲਾਂ ਹੀ ਕਰ ਰਹੀਆਂ ਨੇ ਆਰਗੇਨਾਈਜ਼, ਤੇ ਜਥੇ ਇਹ ਦਬਾਅ ਵੀ ਬਣਾ ਰਹੀਆਂ ਨੇ। ਉਹਨਾਂ ਨੇ ਤਾਂ DC ਦਫ਼ਤਰਾਂ ਅੱਗੇ ਧਰਨੇ, ਉਗਰਾਹਾਂ ਗਰੁੱਪ ਨੇ ਕਾਫੀ ਦੇਰ ਦੇ ਚੱਲ ਰਹੇ ਨੇ, ਉਹਨਾਂ ਦੇ ਕਈ ਵਾਰੀ ਚੱਲਦੇ ਨੇ। ਹੁਣ ਉਹਨਾਂ ਨੇ ਪਿੱਛੇ ਸਕੂਲ ਖੁਲਾਉਣ ਵਾਸਤੇ ਵੀ ਧਰਨੇ ਮਾਰੇ ਨੇ, ਸਕੂਲ ਕਿਉਂ ਬੰਦ ਕਰ ਰੱਖੇ ਨੇ ਜੇ ਬੱਸਾਂ ਭਰੀਆਂ ਹੋਈਆਂ ਜਾਂਦੀਆਂ ਨੇ। ਸੋ ਜਥੇਬੰਦੀਆਂ ਆਪਦੇ ਪੱਧਰ ਤੇ ਕੰਮ ਕਰਨਗੀਆਂ, ਆਪਦੇ ਪੱਧਰ ਤੇ ਆਰਗੇਨਾਈਜ਼ ਕਰਨਗੀਆਂ, ਫਿਰ ਦੁਬਾਰਾ ਸਾਰੀਆਂ ਰੀਆਰਗੇਨਾਈਜ਼ ਹੋਣਗੀਆਂ। ਪਹਿਲਾਂ ਰੀਆਰਗੇਨਾਈਜ਼ ਹੋਣਗੀਆਂ ਜਿਹੜੀਆਂ ਨੇ ਚੋਣਾਂ 'ਚ ਹਿੱਸਾ ਨਹੀਂ ਲਿਆ ਬਿਲਕੁਲ ਹੀ, ਫਿਰ ਉਹਨਾਂ ਦੇ ਨਾਲ ਆਉਣਗੇ ਉਹ ਜਿਨ੍ਹਾਂ ਨੇ ਚੋਣਾਂ 'ਚ ਸੰਯੁਕਤ ਸਮਾਜ ਮੋਰਚੇ ਨੂੰ ਸਮਰਥਨ ਤਾਂ ਦਿੱਤਾ ਪਰ ਆਪ ਹਿੱਸਾ ਨਹੀਂ ਲਿਆ ਚੋਣਾਂ 'ਚ ਸਿੱਧਾ ਉਸ ਤਰੀਕੇ ਨਾਲ। ਉਹ ਨਾਲ ਆਉਣਗੇ ਕਿਉਂਕਿ ਉਹ ਜ਼ਿਆਦਾ ਨੇੜੇ ਨੇ ਅਜੇ ਦੋਨਾਂ ਪਾਸਿਆਂ ਦੇ। ਫਿਰ ਜਿਨ੍ਹਾਂ ਨੇ ਚੋਣਾਂ ਲੜੀਆਂ ਨੇ ਆਪ ਖੁਦ ਬਖੁਦ, ਉਹ ਆਉਣਗੇ, ਕਿਉਂਕਿ ਚੋਣਾਂ ਲੜਨਾ ਤਾਂ ਇੱਕ ਵਿੱਚ ਦੀ ਇੱਕ ਪੜਾਅ ਹੁੰਦਾ। ਕਈ ਵਾਰੀ ਜਿਵੇਂ ਆਪਾਂ ਤੁਰਦੇ ਹਾਂ, ਕਈ ਵਾਰੀ ਕੋਈ ਬੰਦਾ ਕਹਿੰਦਾ ਚੱਲ ਯਾਰ ਮੈਂ 2 ਬੇਰ ਤੋੜ ਕੇ ਖਾ ਲਾਂ, ਕੋਈ ਕਹਿੰਦਾ ਮੈਂ ਇੱਥੇ ਬੈਠ ਕੇ ਰੋਟੀ ਖਾ ਲਾਂ। ਮਤਲਬ ਇਹਦਾ ਇਹ ਨਹੀਂ ਹੁੰਦਾ ਵੀ ਉਹਨੂੰ ਮੰਜ਼ਿਲ ਛੱਡ ਦੇਣੀ ਹੁੰਦੀ ਹੈ। ਸੋ ਇਹਨਾਂ ਨੇ 2 ਬੇਰ ਤੋੜ ਕੇ ਖਾਣ ਦੀ ਜਾਂ ਰੋਟੀ ਖਾਣਾ ਦੀ ਗੱਲ ਕਰੀਏ ਸੰਯੁਕਤ ਸਮਾਜ ਮੋਰਚੇ ਨੇ, ਇਹਦਾ ਮਤਲਬ ਇਹ ਨਹੀਂ ਹੈ ਵੀ ਇਹਨਾਂ ਨੇ ਮੰਜ਼ਿਲ ਛੱਡਤੀ ਹੋਵੇ ਤੇ ਜਾਂ ਮੰਜ਼ਿਲ ਤੋਂ ਭਟਕ ਗਏ ਹੋਣ, ਕੋਈ ਭਟਕੇ ਨਹੀਂ ਹੈਗੇ ਇਹ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਅਗਲਾ ਸਟੈਪ ਇਹਨਾਂ ਦਾ ਇਹ ਅਗਲਾ ਤੀਜਾ ਸਟੈਪ। ਪਹਿਲਾ ਸਟੈਪ ਚੋਣਾਂ ਯੂਪੀ ਦੇ ਵਿੱਚ ਚੋਟ ਕਰਨੀ, ਦੂਜਾ ਸਟੈਪ ਮੀਟਿੰਗਾਂ 'ਚ ਰੀਆਰਗੇਨਾਈਜ਼ ਕਰਨਾ, ਤੀਜਾ ਸਟੈਪ ਇਹ ਕਿ ਆਪਦੇ ਬੰਦਿਆਂ ਨੂੰ ਇਕੱਠੇ ਕਰਨਾ, ਸਾਰੀਆਂ ਜਥੇਬੰਦੀਆਂ ਨੂੰ ਮੁੜ ਕੇ ਉਸ ਪੱਧਰ ਤੇ। ਉਹਦੇ ਵਿੱਚ ਗਾਹਾਂ ਫਿਰ ਸਟੇਜਾਂ ਨੇ। ਇਹ 15-20 ਦਿਨ ਮਹੀਨਾ ਇਹ ਇਸ ਗੱਲ ਤੇ 15-20 ਦਿਨ ਲਾਉਣਗੇ। ਇਹ ਲਾਉਣ ਤੋਂ ਬਾਅਦ ਚੋਣਾਂ ਦੇ ਰਿਜ਼ਲਟ ਵੀ ਆ ਜਾਣੇ ਨੇ। ਚੋਣਾਂ ਦੇ ਰਿਜ਼ਲਟ ਆਉਣ ਤੋਂ ਬਾਅਦ ਇਹਨਾਂ ਨੂੰ ਸਟ੍ਰੈਟੇਜੀ ਬਣਾਉਣੀ ਪੈਣੀ ਹੈ ਦੁਬਾਰਾ। ਉਦੋਂ ਪਹਿਲਾਂ ਸਟ੍ਰੈਟੇਜੀ ਬਣਾਉਣ ਦਾ ਕੋਈ ਫਾਇਦਾ ਨਹੀਂ। ਉਦੋਂ ਪਹਿਲਾਂ ਸਿਰਫ ਆਰਗੇਨਾਈਜ਼ ਕਰ ਸਕਦੇ ਨੇ। 3 ਹਫ਼ਤੇ ਹੈਗੇ ਨੇ, 3 ਹਫ਼ਤੇ ਕਾਫੀ ਸਮਾਂ ਇਹਨਾਂ ਵਾਸਤੇ। ਤਜਰਬੇਕਾਰ ਲੀਡਰ ਨੇ, ਸਿਆਣੇ ਲੀਡਰ ਨੇ, ਇਹ ਕਰ ਲੈਣਗੇ। ਤੇ ਉਸ ਦੇ ਨਾਲ ਜਿਹੜੀ ਪੰਜਾਬ ਦੀ ਅਸੀਂ ਕਹਿੰਦੇ ਹਾਂ ਵੀ ਪੰਜਾਬ ਦੀ ਕਿਸੇ ਕੁਛ ਹਰਿਆਣੇ ਵਾਲੇ ਵੀ ਥੋੜ੍ਹਾ ਹੋਇਆ ਮਤਭੇਦ ਚੰਡੂਨੀ ਸਾਹਿਬ ਕਰਕੇ, ਇਹ ਮਤਭੇਦ ਇਹ 3 ਹਫ਼ਤਿਆਂ 'ਚ ਆਇਰਨ ਆਊਟ ਕਰ ਲੈਣਗੇ। ਉਹਦੇ ਨਾਲ ਜਥੇਬੰਦੀ ਜੇ ਤਕੜੀ ਹੋਏਗੀ ਤੇ ਫਿਰ ਮੁੜ ਕੇ ਪਹਿਲਾਂ ਲੋਕਲ ਸਟਰਗਲ ਸ਼ੁਰੂ ਕਰਕੇ ਇਕੱਠਾ ਜੁਆਇੰਟ ਸਟਰਗਲ ਇਹ ਕਰਨਗੇ। ਕਿਉਂਕਿ ਜਿਹੜੀਆਂ ਕਿਸਾਨੀ ਦੀਆਂ ਨੇ, ਚਾਹੇ ਆਮ ਲੋਕਾਂ ਦੀਆਂ ਵੀ ਸਮੱਸਿਆਵਾਂ, ਇਹ ਐਵੇਂ ਭੁਲੇਖਾ ਸਾਨੂੰ, ਇਹ ਸਰਕਾਰ ਤੇ ਦਬਾਅ ਪਾਏ ਤੋਂ ਬਿਨਾਂ ਔਰ ਤਕੜਾ ਦਬਾਅ ਪਾਏ ਤੋਂ ਬਿਨਾਂ ਨਹੀਂ ਹੱਲ ਹੋਣੀਆਂ। ਕਿਉਂਕਿ ਸਰਕਾਰ ਨੇ ਕਹਿਤਾ, ਬਜਟ 'ਚ ਕਹਿਤਾ, ਦੇਖੋ ਬਜਟ ਤਾਂ ਬਾਅਦ 'ਚ ਪੇਸ਼ ਹੋਇਆ ਨਾ, ਬਜਟ ਦੇ ਵਿੱਚ ਇਹ ਕਹਿਤਾ ਕਿ ਜੀ ਅਸੀਂ ਤਾਂ ਏਅਰ ਇੰਡੀਆ ਵੇਚਤੀ, LIC ਦੀ ਵਾਰੀ ਆ ਗਈ, LIC ਦੀ ਤਿਆਰੀ ਹੈ ਤੇ ਬਾਕੀਆਂ ਦੀ ਵਾਰੀ ਹੈ। ਇੱਕ ਤਾਂ ਇਹ ਕਹਿਤਾ ਜਦ ਤੁਸੀਂ ਸਰਕਾਰੀ ਜਾਇਦਾਦਾਂ ਵੇਚੋਗੇ ਤਾਂ ਲੋਕਾਂ ਨੂੰ ਕੀ ਦਿਓਗੇ। ਦੂਜੇ ਪਾਸੇ ਇਹ ਕਹਿਤਾ ਕਿ ਅਸੀਂ 2 ਦਰਿਆ ਜਿਹੜੇ ਮੱਧ ਪ੍ਰਦੇਸ਼ 'ਚ ਨੇ, ਮੱਧ ਪ੍ਰਦੇਸ਼ 'ਚੋਂ ਨਿਕਲਦੇ ਨੇ, ਕੇਨ ਤੇ ਬਿਟਵਾ, ਉਹਨਾਂ ਨੂੰ ਅਸੀਂ ਜਮਨਾ ਨਾਲ ਜੋੜ ਦੇਣਾ ਯੂਪੀ 'ਚ ਜਾ ਕੇ, ਤੇ ਉਹਦੇ ਤੇ ਪਰਿਆਵਰਨ ਦਾ ਵੀ ਪਰਵਾਹ ਨਹੀਂ ਕਰਨਾ। ਜਿਹੜਾ ਟਾਈਗਰ ਸੈਂਚੁਰੀ ਆ ਉਹ ਭਾਵੇਂ ਖਤਮ ਹੋ ਜਾਵੇ ਬੇਸ਼ੱਕ। ਸੋ ਉਹ ਦੂਜਾ ਪਤਾ ਲੱਗ ਗਿਆ ਵੀ ਉਹ ਵੀ ਦੂਜਾ ਹਮਲਾ ਵੀ ਪਾਣੀਆਂ ਦੇ ਉੱਤੇ। ਉਦੋਂ ਕਹਿੰਦਾ ਵੀ ਕ੍ਰਿਸ਼ਨ ਅਕਵਾਰੀ ਨੂੰ ਵੀ ਜੋੜਾਂਗੇ, ਉਦੋਂ ਅੱਗੇ ਸਾਡੇ ਸਤਲੁਜ ਰਾਵੀ ਬਿਆਸ ਦੀ ਵੀ ਵਾਰੀ ਆਉਣੀ ਆ ਘੱਗਰ ਦੀ। ਇਹ ਦੂਜਾ ਹਮਲਾ ਉਹਨਾਂ ਨੇ ਕਰਿਆ ਹੋਇਆ।
ਤੀਜਾ ਹਮਲਾ ਉਹਨਾਂ ਨੇ ਇਹ ਕਰਿਆ ਹੈ, ਇਹ ਕਹਿ ਕੇ ਕਿ ਅਸੀਂ ਤਾਂ ਸਾਰੇ ਇੱਕ ਰਿੰਗ ਰੋਡ ਟਾਈਪ ਬਣਾ ਦੇਣੀ ਹੈ, ਸਾਰੇ ਹਾਈਵੇ ਜੋੜ ਦੇਣੇ ਨੇ। ਉਹਦੇ ਵਾਸਤੇ ਪੈਸਾ ਵੀ ਰੱਖਿਆ, ਉਹਦੇ ਵਾਸਤੇ ਪ੍ਰਚਾਰ ਵੀ ਕਰ ਰਹੇ ਨੇ, ਪੰਜਾਬ 'ਚ ਉਹਦੇ ਵਾਸਤੇ ਜ਼ਮੀਨ ਵੀ ਅਕਵਾਇਰ ਹੋ ਰਹੀ ਹੈ। ਸੋ ਉਹ ਤੀਜਾ ਹਮਲਾ ਹੈ। ਇਹ ਤਿੰਨ ਹਮਲਿਆਂ ਦੇ ਨਾਲ ਨਾਲ ਸਰਕਾਰ ਨੇ ਚੋਣਾਂ ਦੇ ਦੌਰਾਨ, ਕਿਉਂਕਿ 5 ਰਾਜਾਂ 'ਚ ਚੋਣਾਂ ਸੀ, ਜਿਨ੍ਹਾਂ 'ਚੋਂ 3 ਬਹੁਤ ਇੰਪੋਰਟੈਂਟ ਰਾਜ ਨੇ, ਉੱਤਰਾਖੰਡ, ਯੂਪੀ ਤੇ ਪੰਜਾਬ, ਦੂਜੇ ਤਾਂ ਛੋਟੇ ਨੇ। ਇਹਨਾਂ ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕਰੀ ਹੈ ਕਮਿਊਨਲ ਕਾਰਡ ਖੇਡਣ ਦੀ, ਫਿਰਕਾ ਪ੍ਰਸਤੀ ਦਾ ਕਾਰਡ ਖੇਡਣ ਦੀ, ਅੱਤਵਾਦ ਦਾ ਕਾਰਡ ਖੇਡਣ ਦੀ, ਕਿ ਜੀ ਇੱਥੇ ਤਾਂ ਪਾਕਿਸਤਾਨ ਆ ਰਿਹਾ ਹੈ, ਇੱਥੇ ਤਾਂ ਖਾਲਿਸਤਾਨੀ ਆ ਰਹੇ ਨੇ। ਅਨਾਰੇ ਵੀ ਪਿੱਛੇ ਲੱਗੇ ਨੇ, ਤੁਹਾਨੂੰ ਪਤਾ ਦੀਪ ਸਿੱਧੂ ਦੀ ਉਸ ਦੇ ਉੱਤੇ ਕ੍ਰੀਮੇਸ਼ਨ ਤੇ। ਸੋ ਉਹਦੇ ਵਿੱਚ ਇਹ ਜਿਹੜਾ ਕਾਰਡ ਖੇਲਿਆ ਹੈ, ਉਹਦੇ 'ਚ ਦੂਜੀਆਂ ਵਿਰੋਧੀ ਪਾਰਟੀਆਂ ਵੀ ਘੱਟ ਨਹੀਂ ਜਿਨ੍ਹਾਂ ਨੇ ਜਾਤ ਪਾਤ ਦਾ ਕਾਰਡ ਖੇਲਿਆ, ਕਿ ਬੀਜੇਪੀ ਨੇ ਵੱਡਾ ਕਾਰਡ ਜਾਤ ਪਾਤ ਦਾ ਵੀ ਖੇਡਿਆ ਹੈ, ਪਰ ਵੱਡਾ ਕਾਰਡ ਖੇਡਿਆ ਉਹਨਾਂ ਨੇ ਹਿੰਦੂ ਮੁਸਲਮਾਨ, ਹਿੰਦੂ ਸਿੱਖ ਦਾ, ਖਾਲਿਸਤਾਨ ਦਾ। ਉਹ ਸੋ ਇਹ ਜਿਹੜੇ ਸਰਕਾਰ ਆਪਦੇ ਤੌਰ ਤਰੀਕੇ 'ਤੇ ਚੱਲ ਰਹੀ ਹੈ ਕਿ ਅਸੀਂ ਲੋਕਾਂ ਨੂੰ ਵੰਡ ਕੇ ਪਾੜ ਕੇ ਰਾਜ ਕਰਨਾ ਹੈ, ਤੇ ਉਹਨੂੰ ਵੀ ਇਹਨਾਂ ਨੇ ਭਾਂਜ ਦੇਣੀ ਹੈ। ਇਸ ਕਰਕੇ ਇਕੱਠੇ ਹੋਣਗੇ, ਮੁੜ ਕੇ ਲੜਾਈ ਕਰਨਗੇ, ਮੁੜ ਕੇ ਲੜਾਈ ਕਰਦੇ ਹੋਏ ਇਹਨਾਂ ਚੀਜ਼ਾਂ ਦੀ ਵੀ ਮੰਗ ਕਰਨਗੇ, ਇੱਕ ਵੱਡੀ ਲਹਿਰ ਉਸਾਰਨਗੇ। ਉਹ ਲਹਿਰ ਕਿੱਥੇ ਜਾਏਗੀ? ਪਹਿਲਾਂ ਇਹ ਬਾਕੀ ਦੇਸ਼ ਦੇ ਵਿੱਚੋਂ ਲੋਕ ਇਹਨਾਂ ਦੇ ਨਾਲ ਆਉਂਦੇ ਸੀ, ਲੋਕ ਆਪਦੇ ਲੈਵਲ ਤੇ ਓਡਾ ਵੱਡਾ ਅੰਦੋਲਨ ਨਹੀਂ ਕਰ ਰਹੇ ਸੀ। ਕੁਛ ਨੇ ਪਹਿਲਾਂ ਕਰਿਆ ਸੀ, ਉਦੋਂ ਪਹਿਲਾਂ ਮਹਾਰਾਸ਼ਟਰ 'ਚ ਹੋਇਆ ਸੀ ਬਹੁਤ ਅੱਛਾ ਅੰਦੋਲਨ, ਰਾਜਸਥਾਨ 'ਚ ਹੋਇਆ ਸੀ। ਹੁਣ ਮੈਨੂੰ ਇਹ ਲੱਗਦਾ ਹੈ ਵੀ ਇੱਕ ਸਟੈਪ ਇਹ ਵੀ ਲੈਣਗੇ ਇਹ, ਕਿ ਭਾਈ ਤੁਸੀਂ ਪਹਿਲਾਂ ਆਪਦੀਆਂ ਸਟੇਟਾਂ 'ਚ ਅੰਦੋਲਨ ਕਰੋ, ਕਿਉਂਕਿ ਅਗਲੀਆਂ 5 ਸਟੇਟਾਂ ਦੀ ਵੀ ਚੋਣ ਆਉਣ ਵਾਲੀ ਹੈ। ਆਪਦੀਆਂ ਸਟੇਟਾਂ 'ਚ ਅੰਦੋਲਨ ਕਰੋ, ਗੁਜਰਾਤ ਵੀ ਆਉਣ ਵਾਲੀ ਹੈ, ਵਾਰੀ ਗੁਜਰਾਤ ਦੀ ਵੀ ਹੈ ਚੋਣਾਂ ਦੀ। ਸੋ ਉਸ ਕਰਕੇ ਉਹ ਜਿਹੜਾ ਅੰਦੋਲਨ ਹੋਏਗਾ ਆਪਦੀਆਂ ਸਟੇਟਾਂ ਦੇ ਵਿੱਚ ਉਹਨਾਂ ਨੂੰ ਤਕੜਾ ਕਰਕੇ, ਫਿਰ ਆਲ ਇੰਡੀਆ ਲੈਵਲ ਦੇ ਉੱਤੇ ਇਹ ਜ਼ਿਆਦਾ ਇਕੱਠੇ ਹੋਣਗੇ, ਉਹ ਅੰਦੋਲਨ ਹੋਰ ਜ਼ਿਆਦਾ ਅਗਲਾ ਪੜਾਅ ਹੋਏਗਾ, ਅਗਲਾ ਸਟੈਪ ਹੋਏਗਾ, ਵੱਡਾ ਤਕੜਾ ਹੋਏਗਾ ਪਹਿਲੇ ਨਾਲੋਂ, ਤੇ ਉਹਦੇ 'ਚ ਹਿੱਸੇਦਾਰੀ ਵੀ ਜ਼ਿਆਦਾ ਹੋਏਗੀ। ਅਸੀਂ ਆਖਰਕਾਰ ਇਹਨਾਂ ਅੰਦੋਲਨਾਂ ਦੇ ਰਾਹੀਂ, ਇਹਨੂੰ ਭਾਵੇਂ ਕਿਸਾਨੀ ਲੀਡ ਕਰ ਰਹੀ ਹੈ, ਇਹਦੇ ਵਿੱਚੋਂ ਸਿਆਸੀ ਪਾਰਟੀਆਂ ਵੀ ਨਿਕਲਣਗੀਆਂ ਅੱਛੀਆਂ, ਇਹ 'ਚੋਂ ਸਿਆਸੀ ਕਾਰਕੁਨ ਵੀ ਨਿਕਲਣਗੇ ਅੱਛੇ, ਇਹਦੇ ਵਿੱਚੋਂ ਦੇਸ਼ ਦੀ ਜਿਹੜਾ ਵਿਕਾਸ ਹੈ ਉਹਨੂੰ ਦਿਸ਼ਾ ਵੀ ਨਵੀਂ ਦਿੱਤੀ ਜਾਏਗੀ। ਪਰ ਇਹ ਸਮੇਂ ਦੀ ਗੱਲ ਹੈ। ਇਹ ਗੱਲ ਮੈਂ ਕਹਿ ਸਕਦਾ, ਜਾਂ ਜੋ ਮੈਂ ਸਾਰਾ ਕੁਛ ਅੰਦਾਜ਼ੇ ਲਾਉਣਾ, ਜਾਂ ਦੇਖਦਾ, ਜਾਂ ਸੁਣਦਾ, ਜਾਂ ਪੜ੍ਹਦਾ, ਉਹ ਸਾਰੇ ਕਾਸੇ ਤੇ ਸਪਸ਼ਟ ਹੈ ਕਿ ਕਿਸਾਨ ਹੁਣ ਬੈਠਣ ਵਾਲੇ ਨਹੀਂ ਹੈਗੇ। ਇਹ ਆਪਣੀ ਲੜਾਈ ਨੂੰ ਅਗਲੇ ਪੜਾਅ ਤੇ ਲੈ ਕੇ ਜਾਣਗੇ। ਜੀ ਬਿਲਕੁਲ ਡਾਕਟਰ ਸਾਹਿਬ, ਚੋਣਾਂ ਤੋਂ 2 ਦਿਨ ਪਹਿਲਾਂ ਜੋਗਿੰਦਰ ਸਿੰਘ ਗੁਰਾਹਾਂ ਹੋਰਾਂ ਨੇ ਵੀ ਰੈਲੀ ਕੀਤੀ ਸੀ। ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਸਿਆਸੀ ਰੈਲੀਆਂ ਹੋ ਰਹੀਆਂ ਸੀ, ਦੂਜੇ ਪਾਸੇ ਬਰਨਾਲੇ ਦੀ ਧਰਤੀ ਦੇ ਉੱਤੇ ਖੇਤ ਮਜ਼ਦੂਰਾਂ ਦਾ, ਕਿਸਾਨਾਂ ਦਾ ਇਕੱਠ ਹੋਇਆ ਸੀ। ਸਿੱਧਮ ਸਿੱਧਾ ਇੱਕ ਸੰਕੇਤ ਆਪਾਂ ਸਮਝ ਸਕਦੇ ਹਾਂ ਜੋ ਜੋਗਿੰਦਰ ਸਿੰਘ ਗੁਰਾਹਾਂ ਨੇ ਦਿੱਤਾ, ਸਰਕਾਰਾਂ ਨੂੰ ਮੈਸੇਜ ਦਿੱਤਾ ਕਿ ਅਜੇ ਅਸੀਂ ਹੈਗੇ ਹਾਂ, ਸੰਘਰਸ਼ ਅਜੇ ਅਸੀਂ ਲੜਾਂਗੇ। ਯਾਨੀ ਕਿ ਜੋ ਉਮੀਦ ਕਹਿ ਸਕਦੇ ਸੀ ਇੱਕ ਵਾਰ ਤਾਂ ਲੱਗਿਆ ਸੀ ਕਿਸਾਨਾਂ ਨੂੰ ਕਿ ਕਿਸਾਨ ਯਾਰ ਖਿੰਡ ਪੁੰਡ ਗਏ, ਹੁਣ ਆਪਸ ਦੇ ਵਿੱਚ ਇਕੱਠੇ ਨਹੀਂ ਹੋਣਗੇ, ਕਿ ਸ਼ਾਇਦ ਖੇਤੀ ਮੰਗਾਂ ਦੇ ਉੱਤੇ ਸੰਘਰਸ਼ ਐਡਾ ਵੱਡਾ ਨਾ ਹੋ ਸਕੇ। ਪਰ ਹੁਣ ਕਿਸਾਨ ਆਗੂਆਂ ਦੀ ਪਿਛਲੇ ਦਿਨੀ ਦੀ ਹੋਈ ਐਕਟੀਵਿਟੀ ਜਦੋਂ ਦੇਖਦੇ ਹਾਂ, ਲੱਗਦਾ ਇਹ ਕਿ ਸੰਘਰਸ਼ ਦੁਬਾਰੇ ਸ਼ੁਰੂ ਜ਼ਰੂਰ ਹੋਊਗਾ ਡਾਕਟਰ ਸਾਹਿਬ, ਕਿ ਉਮੀਦ ਨਹੀਂ ਕਿਸਾਨਾਂ ਨੂੰ ਛੱਡਣੀ ਚਾਹੀਦੀ। ਬਿਲਕੁਲ ਪੱਕੀ ਗੱਲ ਹੈ, ਕੱਲੀ ਉਮੀਦ ਛੱਡਣ ਦੀ ਗੱਲ ਹੀ ਨਹੀਂ। ਸਾਰੇ ਭਾਰਤ ਨੂੰ, ਸਾਰੇ ਪੰਜਾਬੀਆਂ ਨੂੰ, ਸਾਰੇ ਹਰਿਆਣਵੀਆਂ ਨੂੰ, ਸਾਰੇ ਯੂਪੀਆਂ ਨੂੰ, ਤੁਸੀਂ ਦੇਖੋ ਸਰਕਾਰ ਨੇ ਕੋਸ਼ਿਸ਼ ਕਰੀ ਆ ਪਾਣੀ ਵਾਲਾ ਝਗੜਾ ਵੀ ਹੁਣ ਕਿਉਂ ਨਹੀਂ, ਤੁਸੀਂ ਆਉਂਦਾ ਕਿਉਂ ਨਹੀਂ ਜੀ। ਚੰਡੀਗੜ੍ਹ ਦੀ ਗੱਲ ਬੀਜੇਪੀ ਨੇ ਫਲਾਈ ਸੀ ਵੀ ਸ਼ਾਇਦ ਮੋਦੀ ਸਾਹਿਬ ਚੰਡੀਗੜ੍ਹ ਦੇ ਜਾਣਗੇ, ਐਂ ਕਰ ਜਾਣਗੇ। ਇਹ ਸਾਰਾ ਲੋਕਾਂ ਨੂੰ ਪਾੜਨ ਦੀ ਗੱਲ ਸੀ, ਉਹ ਫਾਦ ਗਈ ਉਹਨਾਂ ਦੀ, ਉਹ ਕਿਸੇ ਨੇ ਸੁਣੀ ਨਹੀਂ ਹੈ। ਤੇ ਜਿਹੜੀ ਤੁਸੀਂ ਕਹੀ ਹੈ ਸਹੀ ਗੱਲ ਵੀ, ਗੁਰਾਹਾਂ ਜਥੇਬੰਦੀ ਨੇ ਐਡਾ ਵੱਡਾ ਇਕੱਠ ਕਰਿਆ। ਡੱਲੇਵਾਲ ਸਾਹਿਬ ਇੱਥੇ ਇਹਨਾਂ ਨੇ ਸਿਰਸਾ, ਬਲਦੇਵ ਸਿੰਘ ਸਿਰਸਾ ਹੋਰਾਂ ਨੇ ਇਤਿਹਾਸ ਦੇ ਉੱਤੇ, ਕਿ ਇਤਿਹਾਸ ਦੀ ਕਿਤਾਬ ਇੰਨੀ ਗਲਤ ਲਿਖੀ ਜਿਹਦਾ ਹਿਸਾਬ ਹੀ ਕੋਈ ਨਹੀਂ, ਤੇ ਉਹ ਲਗਾਈ ਹੋਈ ਆ ਬੋਰਡ ਨੇ, ਉਹਦੇ ਉੱਤੇ ਉਹਨਾਂ ਨੇ ਧਰਨਾ ਮਾਰਿਆ ਹੋਇਆ। ਮੈਂ 2-3 ਵਾਰੀ ਜਾ ਆਇਆ ਉਸ ਧਰਨੇ 'ਚ। ਉੱਥੇ ਹਮੇਸ਼ਾ ਹੀ ਘੱਟੋ ਘੱਟ 40-50 ਬੰਦੇ ਉੱਥੇ ਹੁੰਦੇ ਹੀ ਨੇ ਹਰ ਵਕਤ, ਨੌਜਵਾਨ ਵੀ, ਬਜ਼ੁਰਗ ਵੀ, ਉਹ ਕਿਸਾਨੀ ਵਾਲੇ ਹੁੰਦੇ ਨੇ। ਕਾਫੀ ਉਹਨਾਂ ਨੂੰ ਮਹਿਸੂਸ ਹੈ। ਕੱਲ੍ਹ ਸੁਣਿਆ ਮੈਂ ਤਾਂ ਨਹੀਂ ਜਾ ਸਕਿਆ, ਡੱਲੇਵਾਲ ਸਾਹਿਬ ਵੀ ਉੱਥੇ ਆ ਕੇ ਗਏ ਨੇ। ਸੋ ਮੈਨੂੰ ਐਂ ਲੱਗਦਾ ਤੁਸੀਂ ਸਹੀ ਕਿਹਾ ਵੀ ਗੁਰਾਹਾਂ ਸਾਹਿਬ ਦੀ ਜਥੇਬੰਦੀ ਨੇ, ਤਾਂ ਮੈਂ ਪੜ੍ਹ ਰਿਹਾ ਸੀ, ਮੇਰੇ ਕੋਲ ਕਾਫੀ ਆ ਜਾਂਦਾ ਇਹੋ ਜਿਹਾ ਸਮਾਨ, ਕਿ ਉਹਨਾਂ ਨੇ ਕਿੰਨੇ ਧਰਨੇ ਮਾਰੇ ਨੇ, ਕਿੰਨੇ ਡੀਸੀਆਂ ਦੇ ਦਫ਼ਤਰਾਂ ਦੇ ਅੱਗੇ ਧਰਨੇ ਮਾਰੇ ਨੇ, ਕਿੰਨੇ ਐਸਡੀਐਮ ਦੇ ਕਾਫੀ ਲੰਬੇ ਕਰੇ ਨੇ। ਸਹੀ ਗੱਲ ਕਿਹਾ ਤੁਸੀਂ, ਕਿਸਾਨ ਸੁੱਤੇ ਨਹੀਂ। ਜਿਨ੍ਹਾਂ ਲੋਕਾਂ ਨੂੰ ਇਹ ਸੀ ਵੀ ਸ਼ਾਇਦ ਕਿਸਾਨ ਵੱਟ ਗਏ, ਸ਼ਾਇਦ ਕਿਸਾਨ ਥੱਕ ਗਏ, ਸ਼ਾਇਦ ਕਿਸਾਨ ਪਾਟ ਗਏ, ਸ਼ਾਇਦ ਕਿਸਾਨ ਹੁਣ ਨਿਰਾਸ਼ ਹੋ ਕੇ ਬਹਿ ਜਾਣਗੇ, ਉਹਨਾਂ ਦਾ ਭੁਲੇਖਾ ਤਾਂ ਉਗਰਾਹਾਂ ਜਥੇਬੰਦੀ ਨੇ ਦੂਰ ਕਰਤਾ। ਉਧਰੋਂ ਆ ਸਿਰਸਾ ਸਾਹਿਬ ਉਹਨਾਂ ਨੇ ਧਰਨਾ ਮਾਰ ਕੇ ਵੀ ਇੱਥੇ ਕਿਸਾਨ ਆ ਰਹੇ ਨੇ। ਹੁਣ ਜੇ ਇੱਥੇ ਕਿਸਾਨ ਆ ਰਹੇ ਨੇ ਤਾਂ ਕੋਈ ਗੱਲ ਤਾਂ ਹੈਗੀ ਹੋਈ ਹੈ। 28 ਤਰੀਕ ਨੂੰ ਇਹਨਾਂ ਨੇ ਇੱਥੇ ਇਕੱਠ ਰੱਖਿਆ ਬੋਰਡ ਦੇ ਅੱਗੇ, ਸਕੂਲ ਐਜੂਕੇਸ਼ਨ ਬੋਰਡ ਦੇ ਅੱਗੇ, ਤੇ ਉਹਦੇ ਵਿੱਚ ਵੀ ਲੋਕਾਂ ਨੇ ਆਉਣਾ, ਕਿਉਂਕਿ ਹੁਣ ਵੋਟਾਂ 'ਚ ਤਾਂ ਵਿਹਲੇ ਹੋ ਹੀ ਗਏ ਨੇ। ਹੁਣ ਤਾਂ ਚੋਣਾਂ ਰਿਜ਼ਲਟ ਹੀ ਹੋਣੇ ਨੇ ਨਾ 10 ਤਰੀਕ ਨੂੰ ਤਾਂ। ਸੋ ਮੈਨੂੰ ਐਂ ਲੱਗਦਾ ਹੈ
ਤੁਸੀਂ ਸਹੀ ਇਹ ਵਿਸ਼ਲੇਸ਼ਣ ਕੀਤਾ ਹੈ ਕਿ ਲੋਕਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ, ਲੋਕਾਂ ਨੂੰ ਬਹੁਤਾ ਘਰੇ ਬੈਠਣ ਦੀ ਲੋੜ ਨਹੀਂ, ਲੋਕਾਂ ਨੂੰ ਇਹ ਸਮਝਣ ਦੀ ਲੋੜ ਨਹੀਂ ਵੀ ਹੁਣ ਇਹ ਅੰਦੋਲਨ ਮੁੱਕ ਗਿਆ, ਇਹ ਇੱਕ ਪੜਾਅ ਸੀ, ਹੁਣ ਦੂਜਾ ਪੜਾਅ ਸ਼ੁਰੂ ਹੋਏਗਾ ਤੇ ਉਹਦੇ ਵਾਸਤੇ ਜਿਹੜੇ ਜਿਵੇਂ ਕਹਿੰਦੇ ਨਾ ਪਿੰਡ ਗੁਹਾਰਾਂ ਤੋਂ ਦਿਖ ਜਾਂਦਾ ਹੈ, ਉਹਦੇ ਵਾਸਤੇ ਉਹਦੀ ਪਰਛਾਈ ਜਿਹੜੀ ਹੈ ਉਹ ਨਜ਼ਰ ਆਉਣੀ ਸ਼ੁਰੂ ਹੋ ਗਈ। ਉਹ ਤੁਸੀਂ ਬਖੂਬੀ ਕੇਂਦਰਿਤ ਕੀਤੀ ਆ ਵੀ ਆਹ ਉਹਦਾ ਸਬੂਤ ਹੈ ਬਰਨਾਲੇ ਦਾ ਇਕੱਠ। ਠੀਕ ਗੱਲ ਹੈ। ਬਿਲਕੁਲ ਡਾਕਟਰ ਸਾਹਿਬ, ਜਾਂਦੇ ਜਾਂਦੇ ਮੈਂ ਇੱਕ ਹੋਰ ਤੁਹਾਡੇ ਕੋਲੋਂ ਟਿੱਪਣੀ ਲੈਣੀ ਚਾਹੂੰਗਾ ਕਿ ਜਿਵੇਂ ਹੁਣ ਕਿਸਾਨ ਆਗੂਆਂ ਨੇ ਪਾਰਟਿਸਿਪੇਟ ਕੀਤਾ ਸੀ ਇਲੈਕਸ਼ਨ ਦੇ ਵਿੱਚ, ਜੋ ਫਿਰ ਅਗਲੇ ਕਿਸਾਨ ਸੰਘਰਸ਼ ਹੋਣਗੇ, ਕੀ ਇਸ ਪਾਰਟਿਸਿਪੇਸ਼ਨ ਦਾ ਕਿਸਾਨੀ ਅੰਦੋਲਨ ਉੱਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਦਿਖਾਈ ਦੇਊਗਾ? ਦੇਖੋ ਸ਼ੁਰੂ 'ਚ ਤਾਂ ਅਸਰ ਦਿਖਾਈ ਦਊਗਾ, ਉਹਨਾਂ ਨੂੰ ਸਵਾਲਾਂ ਦੇ ਜਵਾਬ ਵੀ ਦੇਣੇ ਪੈਣਗੇ ਵੀ ਤੁਸੀਂ ਜੇ ਉਹ ਸਿਆਸੀ ਪਾਰਟੀਆਂ ਨੂੰ ਹੁਣ ਆਉਣ ਦਿੰਦੇ ਨੇ ਤੇ ਤਾਂ ਫਿਰ ਕਿਸਾਨ ਅੰਦੋਲਨ ਚੱਲਣਾ ਨਹੀਂ। ਜੇ ਆਉਣ ਨਹੀਂ ਦਿੰਦੇ ਉਹ ਕਹਿਣਗੇ ਤੁਸੀਂ ਸਾਨੂੰ ਤਾਂ ਆਉਣ ਨਹੀਂ ਦਿੰਦੇ, ਆਪ ਤੁਸੀਂ ਅੱਜ ਜਿਹੜੀ ਚੋਣਾਂ ਲੜ ਕੇ ਆਏ ਨੇ ਇਹਨਾਂ ਨੂੰ ਨਾਲ ਰਹਿੰਦੇ ਹੋ। ਇਹ ਸਵਾਲ ਹੋਣਗੇ, ਇਹਨਾਂ ਸਵਾਲਾਂ ਦੇ ਉਹਨਾਂ ਕੋਲ ਜਵਾਬ ਵੀ ਹੈਗੇ ਨੇ, ਉਹ ਜਵਾਬ ਦੇਣਗੇ। ਤੇ ਇਹਦਾ ਜੇ ਕੋਈ ਕਹੇ ਵੀ ਬਿਲਕੁਲ ਅਸਰ ਨਹੀਂ ਪੈਣਾ, ਇਹ ਵੀ ਮੈਨੂੰ ਲੱਗਦਾ ਅਤਕਸ ਨਹੀਂ ਹੋਏਗੀ। ਅਸਰ ਤਾਂ ਹਰੇਕ ਚੀਜ਼ ਦਾ ਪੈਂਦਾ ਹੀ ਹੈ, ਨਿੱਕੀ ਮੋਟੀ ਗੱਲ ਦਾ ਵੀ ਪੈਂਦਾ, ਜੇ ਰਸਤੇ ਜਾਂਦੇ ਮਾੜਾ ਜਿਹਾ ਕੰਡਾ ਲੱਗੇ ਉਹਦਾ ਵੀ ਅਸਰ ਪੈਂਦਾ। ਤੇ ਪਰ ਜੇ ਕੋਈ ਕਹੇ ਵੀ ਉਹਦੇ ਨਾਲ ਤੁਹਾਡੀ ਮੰਜ਼ਿਲ ਹੀ ਟੁੱਟ ਜਾਣੀ ਹੈ, ਉਹਦੇ ਨਾਲ ਤੁਸੀਂ ਢਿੱਗੀ ਢਾਹ ਕੇ ਬਹਿ ਜਾਣਾ ਹੈ, ਉਹ ਨਹੀਂ ਹੈ। ਇਹ ਹੋਇਆ ਇੱਕ ਰਸਤਾ ਆਇਆ ਹੈ, ਇੱਕ ਰਸਤੇ ਦੇ ਵਿੱਚ ਇਹਨੂੰ ਕੁਛ ਵੀ ਕਹਿ ਲਓ, ਥੋੜਾ ਜਿਹਾ ਨਵਾਂ ਵਰਤਾਰਾ ਆਇਆ ਸੀ, ਉਹਨੂੰ ਇਹ ਸਾਂਭ ਲੈਣਗੇ। ਇਹਦਾ ਜਵਾਬ ਤਾਂ ਦੇਣਾ ਹੀ ਪਊਗਾ ਤੇ ਕਿਸਾਨੀ ਲੀਡਰਸ਼ਿਪ ਨੂੰ ਜਵਾਬ ਦੇਗੀ, ਮੈਨੂੰ ਇਹ ਯਕੀਨ ਹੈ। ਇਹ ਨਹੀਂ ਹੈ ਕਿ ਉਹਨੂੰ ਜਵਾਬ ਨਹੀਂ ਦੇਣਾ ਪੈਣਾ, ਇਹ ਨਹੀਂ ਕਿ ਉਸੇ ਰਫਤਾਰ ਤੇ ਤੁਰੰਤ ਹੋ ਜੂ। ਇਸੇ ਕਰਕੇ ਮੈਂ ਕਿਹਾ ਵੀ ਪਹਿਲਾਂ ਇਕੱਠੇ ਹੋਣਗੇ ਹੁਣ ਦੁਬਾਰਾ। ਉਹ ਇਸੇ ਕਰਕੇ ਕਿਹਾ ਕਿ ਜਿਹੜੀ ਮਾਲਾ ਖਿਲਰ ਗਈ ਥੋੜੀ ਜੀ, ਉਹਨੂੰ ਮੁੜ ਕੇ ਇਕੱਠੇ ਕਰਨਾ ਪਹਿਲਾਂ, ਗੱਲ ਚ ਪਾਉਣ ਤੋਂ ਪਹਿਲਾਂ, ਹਾਰ ਪਾਉਣ ਤੋਂ ਪਹਿਲਾਂ। ਉਹ ਹਾਰ ਬਣਾਉਣ ਵਾਸਤੇ ਉਹਨੂੰ ਇਕੱਠਾ ਕਰਨਗੇ ਤੇ ਉਹ ਸਵਾਲ ਦੇ ਜਵਾਬ ਵੀ ਉਸ ਸਪੀਡ 'ਚ ਦੇ ਦੇਣਗੇ। ਉਸ ਸਪੀਡ ਜਿਹੜੇ ਮਾੜੇ ਮੋਟੇ ਮਤਭੇਦ ਨੇ ਉਹਨਾਂ ਨੂੰ ਵੀ ਦੂਰ ਕਰ ਲੈਣਗੇ, ਪਹਿਲਾਂ ਵੀ ਕਰਦੇ ਆਏ ਨੇ ਹੁਣ ਵੀ ਕਰ ਲੈਣਗੇ, ਕੋਈ ਐਡੀ ਗੱਲ ਨਹੀਂ ਹੈ। ਜੀ ਬਿਲਕੁਲ, ਕੋਈ ਐਡੀ ਗੱਲ ਨਹੀਂ, ਮਤਭੇਦ ਦੂਰ ਹੋ ਜਾਣਗੇ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਗੱਲਬਾਤ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਬਹੁਤ ਬਹੁਤ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਉੱਘੇ ਵਿਦਵਾਨ ਡਾਕਟਰ ਪਿਆਰੇ ਲਾਲ ਗਰਗ ਸਾਹਿਬ ਨਾਲ ਕਿਸਾਨੀ ਅੰਦੋਲਨ ਇਲੈਕਸ਼ਨ ਤੋਂ ਬਾਅਦ ਕਿਸਾਨ ਆਗੂ ਕਿਸ ਰੂਪ ਰੇਖਾ ਦੇ ਵਿੱਚ ਆਪਣੇ ਨਵੇਂ ਸੰਘਰਸ਼ ਉਲੀਕਣਗੇ, ਮੂਵਮੈਂਟ ਦੇਖਣ ਵਾਲੀ ਹੋਊਗੀ। ਲਗਾਤਾਰ ਜੋਗਿੰਦਰ ਸਿੰਘ ਉਗਰਾਹਾਂ ਨੇ ਬਰਨਾਲੇ ਧਰਤੀ ਦੇ ਇਕੱਠ ਕਰਕੇ ਇਹ ਮੈਸੇਜ ਤਾਂ ਦੇਤਾ ਸੀ ਕਿ ਅਸੀਂ ਸੰਘਰਸ਼ ਤਾਂ ਜ਼ਰੂਰ ਕਰਾਂਗੇ। ਲਗਾਤਾਰ ਵੱਡੇ ਕਿਸਾਨ ਆਗੂ ਵੀ ਇਹ ਗੱਲ ਕਹਿੰਦੇ ਨੇ ਕਿ ਸਾਡੇ ਜੋ ਸਾਥੀ ਸੀ ਛੁੱਟੀ ਤੇ ਗਏ ਸੀ, ਵਾਪਸ ਆ ਜਾਣਗੇ। ਵਾਪਸ ਆ ਕੇ ਅਸੀਂ ਇੱਕ ਮੂਵਮੈਂਟ ਬਣਾ ਕੇ ਬੀਜੇਪੀ ਸਰਕਾਰ ਦੇ ਖਿਲਾਫ ਜਿਹੜੇ ਕਿਸਾਨੀ ਮੰਗਾਂ ਨੇ ਜਿਨ੍ਹਾਂ ਤੋਂ ਬੀਜੇਪੀ ਸਰਕਾਰ ਭੱਜਦੀ ਹੋਈ ਨਜ਼ਰ ਆ ਰਹੀ ਹੈ, ਭਾਵੇਂ ਲੱਖ ਕਹਿੰਦੀ ਹੈ ਕਿ ਅਸੀਂ ਕਮੇਟੀ ਬਣਾ ਦਿਆਂਗੇ, MSP ਦਾ ਮਸਲਾ ਹੱਲ ਕਰ ਦਿਆਂਗੇ, ਪਰ ਬੀਜੇਪੀ ਸਰਕਾਰ ਭੱਜਦੀ ਹੋਈ ਨਜ਼ਰ ਆਉਂਦੀ ਹੈ, ਅਸੀਂ ਉਹਨਾਂ ਦੇ ਖਿਲਾਫ ਸੰਘਰਸ਼ ਕਰਾਂਗੇ। ਜੋ ਸਾਡੇ ਕੋਲ ਇਨਫੋਰਮੇਸ਼ਨ ਹੋਊਗੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਦੇ। ਧੰਨਵਾਦ।